आराधना हो तेरी आराधना हो मेरे प्यारे यीशु तेरी आराधना हो दया करने वाले तेरी आराधना हो दया करने वाले तेरी आराधना हो मेरे प्यारे यीशु तेरी आराधना हो तेरी आराधना हो मेरे प्यारे यीशु तेरी आराधना हो बरकत देने वाले तेरी आराधना हो बरकत देने वाले तेरी आराधना हो तेरी आराधना हो मेरे प्यारे जीवन देने वाले तेरी आराधना हो जीवन देने वाले तेरी आराधना हो तेरी आराधना हो मेरे प्यारे यीशु तेरी आराधना हो आराधना हो तेरी आराधना हो मेरे प्यारे यीशु तेरी आराधना हो सामर्थ देने वाले तेरी आराधना हो सामर देने वाले तेरी आराधना हो ਹਾਲੇਲੂਇਆ ਖੁਦਾਵੰਦ ਖੁਦਾ ਤੇਰਾ ਸ਼ੁਕਰ ਤੇਰੀ ਤਾਰੀਫ ਕਰਦੇ ਹਾਂ ਧੰਨਵਾਦ ਕਰਦੇ ਹਾਂ ਅੱਜ ਦੇ ਅੱਛੇ ਸਮੇਂ ਦੀ ਖੁਦਾ ਫਿਰ ਆਪਣੀ ਜ਼ਿੰਦਗੀ ਵਿੱਚ ਬਿਠਾਇਆ ਬੈਠ ਕੇ ਅਸੀਂ ਆਰਾਧਨਾ ਕਰ ਸਕੀਏ ਪ੍ਰਭੂ ਆਰਾਧਨਾ ਕੀਤੀ ਕਿ ਖੁਦਾਵੰਦ ਸ਼ੁੱਧ ਕੀਤਾ ਹੈ ਵਚਨਾਂ ਦੇ ਦੁਆਰਾ ਵੀ ਸ਼ੁੱਧ ਕਰ ਦੇਣਾ ਖੁਦਾ ਸਾਡੀ ਬੁੱਧੀ ਨੂੰ ਖੋਲ ਦੇਣਾ ਤੁਹਾਡੇ ਪਵਿੱਤਰ ਆਤਮਾ ਦਾ ਕਬਜ਼ਾ ਹੋਵੇ ਖੁਦਾ और खुदा इस सच्चे प्रकाशन मिल जाए खुदा जिन्हें बैठे हैं उन्हें तेरा धन्यवाद करते हैं और भी जो रस्ते ਵਿੱਚ ਬੰਦਨਾ ਚਾਰ ਤਰ੍ਹਾਂ ਬੰਦੇ ਤੋਂ ਆਜ਼ਾਦ ਕਰਕੇ ਲੈ ਕੇ ਆਉਣਾ ਖੁਦਾਵੰਦ ਦੀ ਲਾਈਵ ਸੁਣ ਕੇ ਉਹਨਾਂ ਤੇ ਵੀ ਤੁਹਾਡੀ ਕਿਰਪਾ ਚਾਹੁੰਦੇ ਯਿਸੂ ਮਸੀਹ ਨਾਮ ਵਿੱਚ ਆਮੀਨ ਹਾਲੇਲੂਇਆ ਪ੍ਰਭੂ ਦਾ ਧੰਨਵਾਦ ਹੋਵੇ ਮੈਂ ਥੋੜਾ ਜਿਹਾ ਪਿੱਛੇ ਨੂੰ ਜਾ ਕੇ ਆਉਂਗਾ ਹੋ ਸਕਦਾ ਪਿੱਛੇ ਗਿਆ ਹੀ ਰਹਿ ਜਾਵਾਂ ਹਾਲੇਲੂਇਆ ਉਹਨਾਂ ਨੇ ਭੈਣ ਭਰਾ ਆਇਆ ਉਹਨਾਂ ਨੂੰ ਵੀ ਪ੍ਰਭੂ ਦੇ ਵਚਨ ਸਮਝ ਆ ਜਾਵੇ ਅਸੀਂ ਵਚਨ ਚੋਂ ਦੇਖ ਰਹੇ ਸੀਗੇ ਕਿ ਜਦੋਂ ਕੋਈ ਪ੍ਰਭੂ ਵੱਲ ਮੁੜਦਾ ਆ ਤੇ ਕੀ ਹੁੰਦਾ ਹਾਲੇਲੂਇਆ ਕਿਦਾਂ ਜਦੋਂ ਕੋਈ ਪ੍ਰਭੂ ਵੱਲ ਮੁੜਦਾ ਆ ਤਾਂ ਕੀ ਹੁੰਦਾ ਪਿਤਾ ਵੱਲੋਂ ਪੁੱਤਰ ਵੱਲੋਂ ਪਵਿੱਤਰ ਆਤਮਾ ਵੱਲੋਂ ਕੀ ਹੁੰਦਾ ਹਨਾ? ਜਾਂ ਪਿਤਾ ਨਾਲ ਸੰਬੰਧਿਤ ਜਾਂ ਪੁੱਤਰ ਨਾਲ ਸੰਬੰਧਿਤ ਜਾਂ ਪਵਿੱਤਰ ਆਤਮਾ ਦੇ ਨਾਲ ਸੰਬੰਧਿਤ ਫਿਰ ਆਪਾਂ ਦੇਖਿਆ ਸੀ ਪਾਪ ਦੇ ਨਾਲ ਸੰਬੰਧਿਤ ਉਹਦੇ ਜੀਵਨ 'ਚ ਕੀ ਹੋ ਜਾਂਦਾ ਔਰ ਸ਼ੈਤਾਨ ਦੇ ਨਾਲ ਸੰਬੰਧਿਤ ਕੀ ਹੁੰਦਾ ਸੋ ਪਿਤਾ ਦੇ ਨਾਲ ਸੰਬੰਧਿਤ ਜਿਹੜਾ ਉਹਦੇ ਜੀਵਨ 'ਚ ਘਟਨਾ ਘਟਦੀ ਆ ਉਹ ਕੀ ਹੁੰਦੀ ਜਦੋਂ ਕੋਈ ਪ੍ਰਭੂ ਵੱਲ ਫਿਰਦਾ ਆ ਪਰਮੇਸ਼ਰ ਦੀ ਕਿਰਪਾ ਤੱਕ ਪਹੁੰਚ ਹੋ ਜਾਂਦੀ ਪਰਮੇਸ਼ਰ ਦੀ ਸੰਤਾਨ ਬਣ ਜਾਂਦੇ ਆ ਮਿਰਾਸ ਦੇ ਅਧਿਕਾਰੀ ਬਣ ਜਾਂਦੇ ਆ ਚੁਣੇ ਜਾਂਦੇ ਆ ਸਵਰਗੀ ਨਾਗਰਿਕਤਾ ਮਿਲ ਜਾਂਦੀ ਆ ਨਵੀਂ ਸ੍ਰਿਸ਼ਟ ਹੋ ਜਾਂਦੇ ਆ ਪਰਮੇਸ਼ਰ ਦੇ ਦਾਸ ਹੋ ਜਾਂਦੇ ਆ ਪਰਮੇਸ਼ਰ ਦੇ ਯਾਜਕ ਹੋ ਜਾਂਦੇ ਆ ਪਰਮੇਸ਼ਰ ਦੇ ਨਾਲ ਦੁਬਾਰਾ ਮੇਲ ਹੋ ਜਾਂਦਾ ਔਰ ਪਵਿੱਤਰੀਕਰਨ ਹੋਣਾ ਸ਼ੁਰੂ ਹੋ ਜਾਂਦਾ ਇਹਨਾਂ ਦਾ ਜਿਹੜਾ ਪਰਮੇਸ਼ਰ ਵੱਲ ਔਰ ਉਸ ਤੋਂ ਬਾਅਦ ਪੁੱਤਰ ਦੇ ਵੱਲੋਂ ਕੀ ਪੁੱਤਰ ਦੇ ਨਾਲ ਸੰਬੰਧਿਤ ਕੀ ਘਟਨਾ ਘਟਦੀ ਹੈ ਇੱਕ ਇਨਸਾਨ ਦੇ ਜੀਵਨ 'ਚ ਪੁੱਤਰ ਵਿੱਚ ਪਰਮੇਸ਼ਰ ਨੂੰ ਸਵੀਕਾਰ ਕੀਤਾ ਪੁੱਤਰ ਵਿੱਚ ਪਰਮੇਸ਼ਰ ਨੂੰ ਸਵੀਕਾਰ ਕੀਤੇ ਜਾਂਦੇ ਹਨ ਯਾਨੀ ਕਿ ਪਰਮੇਸ਼ਰ ਨੂੰ ਪੁੱਤਰ ਦੇ ਵਸੀਲੇ ਨਾਲ ਕੀ ਕਰਦਾ ਹੈ ਸਵੀਕਾਰ ਮਸੀਹ ਦੇ ਸਰੀਰ ਵਿੱਚ ਬਪਤਿਸਮਾ ਦਿੱਤਾ ਜਾਂਦਾ ਹੈ ਔਰ ਮਸੀਹ ਦੇ ਨਾਲ ਗੱਡੇ ਜਾਂਦੇ ਆ ਪਿਤਾ ਵੱਲੋਂ ਪੁੱਤਰ ਨੂੰ ਦਿੱਤਾ ਗਿਆ ਪ੍ਰੇਮ ਦਾ ਤੋਹਫਾ ਹਾਸਿਲ ਹੁੰਦੀ ਮਸੀਹ ਦੇ ਦੁਆਰਾ ਮੁਕਤੀ ਪਾਉਂਦੇ ਆ ਮਸੀਹ ਦੁਆਰਾ ਨਿਵਾਸ ਸਥਾਨ ਬਣਦੇ ਆ ਜਾਂ ਨਿਵਾਸ ਕਰਦੇ ਆ ਅਨੰਤ ਜੀਵਨ ਦਾ ਅਧਿਕਾਰ ਰੱਖਦੇ ਆ ਔਰ ਸ਼ਾਂਤੀ ਪਾਉਂਦੇ ਆ ਔਰ ਪਰਮੇਸ਼ਰ ਦੇ ਮਿੱਤਰ ਬਣਦੇ ਆ ਸਵਰਗ ਵਿੱਚ ਨਾਮ ਲਿਖੇ ਜਾਂਦੇ ਆ ਔਰ ਮਸੀਹ ਦੇ ਨਾਲ ਸਵਰਗੀ ਸਥਾਨਾਂ ਵਿੱਚ ਬਿਠਾਇਆ ਜਾਂਦਾ ਆ और एक धन आशा प्राप्त करते हैं और त्रेक तरफ विच सहभागिता होंदी आ
ਔਰ ਮਹਿਮਾ ਦੇ ਮਹਿਲ ਵਿੱਚ ਉਸਲਦੇ ਜਾਂਦੇ ਆ। ਔਰ ਅੱਗਿਓਂ ਪਵਿੱਤਰ ਆਤਮਾ ਵੱਲੋਂ ਕਹਿੰਦਾ ਹੈ ਸੰਬੰਧਿਤ ਨਵੇਂ ਸਿਰੇ ਤੋਂ ਜਨਮ ਹੁੰਦਾ ਹੈ, ਪਵਿੱਤਰ ਆਤਮਾ ਦੁਆਰਾ ਅਭਿਸ਼ੇਕ ਕੀਤਾ ਜਾਂਦਾ ਹੈ ਔਰ ਪਵਿੱਤਰ ਆਤਮਾ ਦਾ ਮੰਦਰ ਬਣਦੇ ਆ। ਪਵਿੱਤਰ ਆਤਮਾ ਦੁਆਰਾ ਇੱਕ ਆਤਮਿਕ ਤੋਹਫਾ ਦਿੱਤਾ ਗਿਆ ਹੈ। ਪਵਿੱਤਰ ਆਤਮਾ ਦਾ ਸਾਡੇ ਅੰਦਰ ਵਾਸ ਹੁੰਦਾ ਆ ਔਰ ਪਵਿੱਤਰ ਆਤਮਾ ਦੁਆਰਾ ਮੋਹਰ ਲਗਾਏ ਜਾਂਦੇ ਆ। ਹਾਲੇਲੂਇਆ। ਸੋ ਇਹਨਾਂ ਗੱਲਾਂ ਨੂੰ ਅਸੀਂ ਸਿੱਖਦੇ ਆਏ। ਉਸ ਤੋਂ ਬਾਅਦ ਅਸੀਂ ਸਿੱਖੀ ਆ ਲਾਸਟ ਗੱਲ, ਪਾਪ ਨਾਲ ਸੰਬੰਧਿਤ ਕੀ ਹੁੰਦਾ, ਕਿਉਂਕਿ ਇਹ ਚੀਜ਼ਾਂ ਨੂੰ ਸਾਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਦਲੇਰੀ ਦੇ ਨਾਲ ਮਸੀਹੀ ਜੀਵਨ ਦੇ ਵਿੱਚ ਚੱਲਣਾ ਹੈ। ਹਾਲੇਲੂਇਆ। ਔਰ ਉਹ ਪਾਪ ਦੇ ਨਾਲ ਸੰਬੰਧਿਤ ਕੀ ਹੁੰਦਾ, ਪਾਪ ਮਾਫ ਕੀਤੇ ਜਾਂਦੇ ਆ ਔਰ ਧਰਮੀ ਠਹਿਰਾਏ ਗਏ ਆ ਔਰ ਛੁਟਕਾਰਾ ਕੀਤਾ ਹੈ। ਕੀ ਹੋ ਗਿਆ ਹੈ? ਪਾਪ ਨਾਲ ਸੰਬੰਧਿਤ ਸਾਡੇ ਜੀਵਨ ਚ ਘਟਨਾ ਕੀ ਘਟੀ? ਪਹਿਲਾਂ ਅਸੀਂ ਕੀ ਸੀ ਜਦੋਂ ਤੱਕ ਪ੍ਰਭੂ ਵੱਲ ਮੁੜੇ ਸੀ? ਪਾਪੀ ਸੀ। ਤੇ ਜਦੋਂ ਮੁੜੇ ਆ ਤਾਂ ਕੀ ਹੋ ਗਿਆ? ਪਾਪ ਮਾਫ ਕੀਤੇ ਗਿਆ ਔਰ ਨਾਲ ਕੀ ਠਹਿਰਾ ਦਿੱਤੇ ਗਏ ਆ ਔਰ ਛੁਟਕਾਰਾ ਸਾਡਾ ਕੀਤਾ ਗਿਆ ਹੈ। ਹਾਲੇਲੂਇਆ। ਔਰ ਉਸ ਤੋਂ ਬਾਅਦ ਆਪਾਂ ਦੇਖਦੇ ਸੀ ਸ਼ੈਤਾਨ ਦੇ ਨਾਲ ਸੰਬੰਧਿਤ ਕੀ ਹੁੰਦਾ ਹੈ ਸਾਡੇ ਜੀਵਨ ਦੇ ਵਿੱਚ। ਔਰ ਸ਼ੈਤਾਨ ਦੇ ਨਾਲ ਸੰਬੰਧਿਤ ਆਪਾਂ ਦੇਖਿਆ ਸੀ ਮਸੀਹ ਸਾਡਾ ਵਕੀਲ ਜਾਂ ਸਹਾਇਕ ਬਣ ਜਾਂਦਾ ਹੈ। ਕੀ ਬਣ ਜਾਂਦਾ ਬਈ? ਹਾਂ, ਪਹਿਲਾਂ ਸ਼ੈਤਾਨ ਸਾਡੇ ਤੇ ਕੀ ਰੱਖਦਾ ਸੀਗਾ? ਹੱਕ ਜਿਤਾਉਂਦਾ ਸੀ। ਹੁਣ ਸਿਰਫ ਦੋਸ਼ ਲਾਉਂਦਾ ਆ, ਹੱਕ ਜਿਤਾਉਂਦਾ ਨਹੀਂ। ਹੱਕ ਜਿਤਾ ਸਕਦਾ ਨਹੀਂ। ਪਹਿਲਾਂ ਅਸੀਂ ਪਾਪ ਦੇ ਵਸ ਵਿੱਚ ਸੀ, ਸ਼ੈਤਾਨ ਦੇ ਗੁਲਾਮ ਸੀ। ਪਾਪ ਦਾ ਡਰ ਪਾ ਕੇ ਸਾਡੇ ਤੇ ਕੀ ਕਰਦਾ ਸੀਗਾ? ਅਧਿਕਾਰ ਰੱਖਦਾ ਸੀ, ਹੱਕ ਰੱਖਦਾ ਸੀਗਾ। ਪਰ ਹੁਣ ਸਾਡਾ ਸਹਾਇਕ ਕੌਣ ਹੋ ਗਿਆ ਆ? ਪ੍ਰਭੂ ਯਿਸੂ ਮਸੀਹ ਵਕੀਲ ਜਾਂ ਸਹਾਇਕ ਹੋ ਗਿਆ। ਔਰ ਪਹਿਲਾਂ ਯੋਹਨਾ 5:4 ਪੜ੍ਹ ਲਿਆ ਸੀ ਨਾ ਆਪਾਂ। ਹਾਂ, ਪਾਪ ਉੱਤੇ ਕੀ ਹੋ ਗਈ ਆ? ਜਿੱਤ ਹਾਸਲ ਹੋ ਗਈ ਸਾਨੂੰ। ਕਿਹਨੂੰ ਭਲਾ? ਜਿਹੜਾ ਪਰਮੇਸ਼ਰ ਵੱਲ ਮੁੜਦਾ ਜਾਂ ਪ੍ਰਭੂ ਵੱਲ ਮੁੜਦਾ ਹੈ। ਔਰ ਛੇਵੀਂ ਗੱਲ ਕੀ ਹੁੰਦੀ ਹੈ? ਛੇਵੀਂ ਦੇਖੀ ਸੀ ਕਿ ਨਹੀਂ? ਨਹੀਂ, ਬਸ ਦੇਖਣੀ ਹੈ। ਹਾਂਜੀ, ਦੇਖਣੀ ਹੈ। ਛੇਵੀਂ ਦੇਖਣੀ ਹੈ ਨਾ? ਬਸ ਇਹ ਦੋ ਹੀ। ਇਹਦੇ ਨਾਲ ਦੁਆ ਹੈ, ਇਹਦੇ ਨਾਲ ਇੱਕ ਦੁਆ। ਵੈਸੇ ਬਹੁਤ ਕੁਝ ਹੈ, ਫਿਰ ਉਹ ਬਹੁਤ ਲੰਬਾ ਚੱਲ ਜੂਗਾ। ਹਰ ਵਿਸ਼ੇ ਨੂੰ ਅਸੀਂ ਥੋੜਾ ਥੋੜਾ ਜਿੰਨਾ ਕੁ ਆਪਣੇ ਇਸ ਟਾਈਮ ਜ਼ਰੂਰਤ ਆ ਉਹਨੂੰ ਉਹਨਾਂ ਨਾਲ ਤੁਹਾਨੂੰ ਦਿੰਦੇ ਜਾ ਰਹੇ ਹਾਂ। ਤੋ ਬੋਲਦੇ ਜਾਵੇ ਤਾਂ ਇੱਕ ਹੀ ਗੱਲ ਬਹੁਤ ਹੈ, ਜੇ ਤਾਂ ਪਿਤਾ ਦੇ ਨਾਲ ਸੰਬੰਧਿਤ ਇਹ ਬਹੁਤ ਕੁਛ ਹੈਗਾ, ਪਰ ਜਿੰਨਾ ਕੁ ਆਪਾਂ ਖਾ ਲਈਏ ਅੱਜ ਦਾ ਰੋਜ਼ ਦੀ ਖੁਰਾਕ। ਹਾਲੇਲੂਇਆ। ਸੋ ਦੂਸਰਿਆਂ ਦੇ ਨਾਲ ਸੰਬੰਧਿਤ ਛੇਵੀਂ ਗੱਲ ਹੈ, ਦੂਸਰਿਆਂ ਦੇ ਨਾਲ ਸੰਬੰਧਿਤ ਕੀ ਹੁੰਦਾ ਸਾਡੇ ਜੀਵਨ ਦੇ ਵਿੱਚ? ਦੂਸਰਿਆਂ ਦੇ ਨਾਲ ਸੰਬੰਧਿਤ ਕੀ ਘਟਨਾ ਵਾਪਰਦੀ ਆ ਜਦੋਂ ਅਸੀਂ ਕਿਹਦੇ ਵੱਲ ਮੁੜਦੇ ਆ? ਪਰਮੇਸ਼ਰ ਦੇ ਵੱਲ। ਲਿਖੋ, ਰਾਜਦੂਤ ਬਣ ਜਾਂਦੇ ਆ। ਕੀ ਬਣ ਜਾਂਦੇ ਆ ਬਈ? ਰਾਜਦੂਤ। ਕਾਹਦੇ ਰਾਜਦੂਤ? ਪਰਮੇਸ਼ਰ ਦੇ ਰਾਜ ਦੇ ਰਾਜਦੂਤ। ਹਾਲੇਲੂਇਆ। ਕਿਉਂਕਿ ਇੱਥੇ ਰੂਹਾਨੀ ਤੌਰ ਤੇ ਪਰਮੇਸ਼ਰ ਦਾ ਰਾਜ ਚੱਲ ਰਿਹਾ ਨਾ। ਹਾਲੇਲੂਇਆ। ਜਿਹਦੇ ਲਈ ਯਿਸੂ ਮਸੀਹ ਨੇ ਕਿਹਾ ਸੀਗਾ ਦੁਆ ਕਰਿਆ ਕਰੋ, ਇਹ ਪਿਤਾ ਤੇਰਾ ਰਾਜ ਆਵੇ। ਉਹ ਕੀ ਹੋ ਰਿਹਾ ਹੁਣ? ਚੱਲ ਰਿਹਾ। ਤੇ ਕਈ ਚਰਚਾਂ ਵਿੱਚ ਅਣਜਾਣੇ ਵਿੱਚ ਅਜੇ ਵੀ ਕਿਹੜੀ ਦੁਆ ਕਰੀ ਜਾਂਦੇ ਆ? ਤੇਰਾ ਰਾਜ ਹੈ। ਉਹਦਾ ਰਾਜ ਕੀ ਹੋ ਗਿਆ? ਆ ਗਿਆ। ਆਤਮਿਕ ਤੌਰ ਤੇ ਪਿਤਾ ਦਾ ਰਾਜ ਇੱਥੇ ਆ ਚੁੱਕਾ ਹੋਇਆ ਹੈ। ਔਰ ਜਿਸ ਤਰ੍ਹਾਂ ਰਾਜਦੂਤ ਦੇ ਵਿੱਚ ਰਾਜਾ ਹੁੰਦਾ ਤੇ ਰਾਜਾ ਦੇ ਦੂਤ ਹੁੰਦੇ ਆ, ਉਸੇ ਤਰੀਕੇ ਨਾਲ ਪਰਮੇਸ਼ਰ ਸਾਡਾ ਕੀ ਹੈ? ਇਸ ਟਾਈਮ ਰਾਜਾ ਹੈ। ਹਾਲੇਲੂਇਆ। ਤੇ ਅਸੀਂ ਉਹਦੇ ਰਾਜ ਦੇ ਦੂਤ ਹਾਂ। ਤੇ ਰਾਜ ਦੇ ਦੂਤ ਦਾ ਕੀ ਮਤਲਬ ਹੁੰਦਾ ਹੈ? ਦੂਤ ਨੂੰ ਦੂਸਰੇ ਸ਼ਬਦਾਂ ਵਿੱਚ ਅੰਬੈਸਡਰ ਕਹਿੰਦੇ ਨਾ। ਸੰਦੇਸ਼ ਲੈ ਜਾਣਾ, ਮੈਸੇਜ ਲੈ ਕੇ। ਮੈਸੇਜ ਜਿਹੜਾ ਆ ਲੈ ਕੇ ਜਾਣਾ। ਸੋ ਰਾਜਦੂਤ ਅਸੀਂ ਕਾਹਦੇ ਲਈ ਰੱਖੇ ਗਏ ਆ? ਕਿ ਰੱਬ ਦੇ ਰਾਜ ਦਾ ਜਿਹੜਾ ਆ ਸੁਨੇਹਾ ਸਾਰੇ ਲੋਕਾਂ ਤੱਕ ਕੀ ਕੀਤਾ ਜਾਵੇ? ਪਹੁੰਚਾਇਆ ਜਾਵੇ। ਰੱਬ ਦੇ ਰਾਜ ਦੀ ਯੋਜਨਾ ਸਾਰਿਆਂ ਤੱਕ ਕੀ ਕੀਤੀ ਜਾਵੇ? ਪਹੁੰਚਾਇਆ ਜਾਵੇ। ਰੱਬ ਦੇ ਰਾਜ ਦੀ ਵਿਵਸਥਾ, ਕਾਨੂੰਨ, ਵਿਧੀਆਂ ਸਾਰਿਆਂ ਤੱਕ ਕੀ ਕੀਤੇ ਜਾਣ? ਪਹੁੰਚਾ ਦਿੱਤੀਆਂ ਜਾਣ। ਹਾਲੇਲੂਇਆ। ਇਸ ਲਈ ਪਰਮੇਸ਼ਰ ਨੇ ਸਾਨੂੰ ਸਾਰਿਆਂ ਨੂੰ ਕੀ ਬਣਾਤਾ ਆ? ਰਾਜ। ਸੰਸਾਰ ਦੇ ਨਾਲ ਸੰਬੰਧਿਤ ਜਿਹੜੀ ਘਟਨਾ ਸਾਡੇ ਜੀਵਨ ਚ ਵਾਪਰੀ ਆ, ਦੁਨੀਆ ਦੇ ਰਾਜੇ ਉਹਦੇ ਰਾਜਦੂਤ ਹੈਗੇ ਨਹੀਂ। ਦੁਨੀਆ ਦਾ ਕੋਈ ਵੀ ਪਹੁੰਚਿਆ ਆ ਅਮੀਰ ਆਦਮੀ, ਰਾਜਨੀਤਿਕ ਕੋਈ ਵੀ ਉਹਦਾ ਰਾਜਦੂਤ ਹੈਗਾ ਨਹੀਂ। ਕੌਣ ਆ? ਸਾਨੂੰ ਪਰਮੇਸ਼ਰ ਨੇ ਰਾਜਦੂਤ ਹੋਣ ਲਈ ਚੁਣਿਆ। ਮਲਿੰਦੜਾਂ ਨੂੰ। ਇਹਨਾਂ ਨੂੰ? ਮੂਰਖਾਂ ਨੂੰ।
ਹਾਲੇਲੂਇਆ। ਉਹਦੇ ਜਿਹੜਾ ਸਾਮਰਥੀ ਰਾਜ ਆ, ਉਹਦੇ ਰਾਜਦੂਤ ਸਾਨੂੰ ਚੁਣਿਆ ਗਿਆ ਆ, ਇਸ ਲਈ ਸਾਡਾ ਸੁਭਾਗੀ ਆ। ਹਾਲੇਲੂਇਆ। ਸੋ ਦੁਨੀਆ ਦੇ ਨਾਲ ਜਾਂ ਦੂਸਰਿਆਂ ਦੇ ਨਾਲ ਸੰਬੰਧਿਤ ਕੀਆ, ਦੂਸਰੇ ਸਾਡੇ ਲੈਵਲ ਦੇ ਹਜੇ ਹੋਏ ਨਹੀਂ। ਸੋ ਅਸੀਂ ਉਹਨਾਂ ਨੂੰ ਆਪਣੇ ਲੈਵਲ ਦੇ ਹੋਣ ਦੇ ਲਈ ਰੱਬ ਦੀਆਂ ਗੱਲਾਂ ਉਹਨਾਂ ਤੱਕ ਕੀ ਕਰ ਰਹੇ ਹਾਂ, ਪਹੁੰਚਾ ਰਹੇ ਹਾਂ। ਹਾਲੇਲੂਇਆ। ਖੁਦਾ ਦੇ ਦਾਸ ਦੀ ਮੈਨੂੰ ਇੱਕ ਗੱਲ ਬੜੀ ਪਸੰਦ ਆਉਂਦੀ ਹੁੰਦੀ ਆ ਕੈਪਟਨ ਸਾਹਿਬ ਦੀ, ਜੋ ਕਹਿੰਦੇ ਹੁੰਦੇ ਆ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਮੇਰਾ ਬੈਗ ਚੱਕਣ ਦੇ ਵੀ ਲਾਇਕ। ਸਹੀ ਗੱਲ ਹੈ, ਪਰ ਉਹਨਾਂ ਨੇ ਇਹ ਰਾਜ ਨੂੰ ਸਮਝ ਲਿਆ। ਆਪਾਂ ਹਜੇ ਵੀ ਪ੍ਰਧਾਨ ਮੰਤਰੀ ਤੋਂ ਕੀ ਕਰਦੇ ਰਹਿੰਦੇ ਆ, ਡਰਦੇ ਨੇ। ਹਜੇ ਵੀ ਸਰਕਾਰਾਂ ਤੋਂ ਕੀ ਕਰਦੇ ਰਹਿੰਦੇ ਆ, ਡਰਦੇ ਨੇ, ਕਿਉਂਕਿ ਹਜੇ ਆਪਾਂ ਆਪਣੇ ਰਾਜਦੂਤ ਦਾ ਜਿਹੜਾ ਪਦ ਆ, ਜਿਹੜੀ ਉਪਾਧੀ ਆ, ਜਿਹੜਾ ਰੁਤਬਾ ਉਹਦਾ, ਇਹਨੂੰ ਸਮਝੇ ਨਹੀਂ। ਹਾਲੇਲੂਇਆ। ਹਾਲੇਲੂਇਆ। ਉਹਨਾਂ ਨੇ ਇਹ ਕਰਕੇ ਉਹਨਾਂ ਟਾਈਮਾਂ ਵਿੱਚ ਇੰਦਰਾ ਗਾਂਧੀ ਨੂੰ ਵੀ ਪ੍ਰਚਾਰ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ। ਹਾਲੇਲੂਇਆ। ਔਰ ਜਿਹੜਾ ਜੰਮੂ ਕਸ਼ਮੀਰ ਦਾ ਉਸ ਟਾਈਮ ਆਪਣਾ ਮੁੱਖ ਮੰਤਰੀ ਸੀਗਾ, ਉਹਨਾਂ ਨੇ ਉਹਨਾਂ ਨੂੰ ਆਪਣੇ ਹੀ ਸਹੁੰ ਚੁੱਕ ਸਮਾਰੋਹ ਦੇ ਵਿੱਚ, ਜਦੋਂ ਸਹੁੰ ਚੁੱਕਦੇ ਹੁੰਦੇ ਨਾ ਮੰਤਰੀ, ਉਹਦੇ ਵਿੱਚ ਉਹਨਾਂ ਨੂੰ ਕੀ ਕੀਤਾ ਸੀਗਾ, ਇਨਵਾਈਟ ਕੀਤਾ। ਹਾਲੇਲੂਇਆ। ਪਰ ਉਹਨਾਂ ਨੇ ਉਹਨਾਂ ਦਾ ਸੱਦਾ ਕਬੂਲ ਕੀਤਾ। ਕੌਣ ਕਰ ਰਿਹਾ, ਮੁੱਖ ਮੰਤਰੀ ਇਨਵਾਈਟ ਕਰ ਰਿਹਾ, ਅਗਲੇ ਗਏ। ਤੇ ਆਪਾਂ ਨੂੰ ਕਰੇ ਇਹਨਾਂ ਦਾ 25-30 ਜਾਵਾਂ ਤੇ ਸ਼ੇਅਰ ਹੀ ਕਰ ਦੇਵਾਂਗੇ, ਫਿਰ ਕਹਿ ਦੇਵਾਂਗੇ ਹੋਰ ਵੀ ਲੋਕਾਂ ਨੂੰ ਕੀ ਕਰ ਦਿਓ, ਦੱਸ ਦਿਓ ਵੀ ਮੈਨੂੰ ਕਿਹਨੇ ਬੁਲਾਇਆ। ਹਾਲੇਲੂਇਆ। ਪਰ ਉਹਨਾਂ ਨੇ ਰਾਤੀ ਦਿੱਤਾ। ਫਿਰ ਬਾਅਦ ਵਿੱਚ ਪਰਸਨਲੀ ਇੱਕ ਦੋ ਸੇਵਕਾਂ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਪ੍ਰਭੂ ਦਾ ਵਚਨ ਦੇ ਕੇ ਆਏ, ਉਹਨਾਂ ਨੂੰ ਬਾਈਬਲ ਦੇ ਕੇ ਆਏ। ਹਾਲਾਂਕਿ ਉਹ ਮੁਸਲਮਾਨ ਸੀ। ਫਾਰੂਕ ਅਬਦੁੱਲਾ, ਤੁਸੀਂ ਜਾਣਦੇ ਹੋਣੇ ਨਾਮ, ਹੈ ਨਾ। ਹਾਲੇਲੂਇਆ। ਸੋ ਇਹਦਾ ਮਤਲਬ ਆ, ਜੇ ਤਾਂ ਅਸੀਂ ਆਪਣੇ ਰਾਜਦੂਤ ਦੀ ਇਸ ਉਪਾਧੀ ਨੂੰ ਸਮਝੀਏ ਤੇ ਸਮਝੀਏ ਸਾਡਾ ਪਰਮੇਸ਼ਰ ਸ੍ਰਿਸ਼ਟੀ ਕਰਤਾ ਆ, ਸਾਨੂੰ ਉਹਨੇ ਅਧਿਕਾਰ ਦਿੱਤਾ ਆ, ਤੇ ਉਹਦੇ ਨਾਲ ਸਾਨੂੰ ਕਿੰਨਾ ਦਲੇਰੀ ਮਿਲ ਸਕਦੀ। ਵੀ ਸਾਨੂੰ ਛੋਟੇ ਮੋਟੇ ਦੁੱਖਾਂ ਵਿੱਚ ਦੁਖੀ ਹੋਣ ਦੀ ਲੋੜ ਨਹੀਂ, ਪਰੇਸ਼ਾਨੀਆਂ ਵਿੱਚ ਦੁਖੀ ਹੋਣ ਦੀ ਲੋੜ ਨਹੀਂ, ਕਿਉਂਕਿ ਅਸੀਂ ਉਸ ਸਵਰਗੀ ਰਾਜਾ ਦੇ ਰਾਜਦੂਤ ਹਾਂ। ਹਾਲੇਲੂਇਆ। ਜਿਹੜਾ ਦੁਨੀਆ ਕੋਲ ਇਹ ਉਪਾਧੀ ਹੈਗੀ ਨਹੀਂ। ਦੁਨੀਆ ਵਿੱਚ ਦੁਨੀਆ ਦੇ ਰਾਜਦੂਤ, ਦੁਨੀਆ ਵਿੱਚ ਦੁਨਿਆਵੀ ਰਾਜ ਦੇ ਰਾਜਦੂਤ ਆ, ਜਿਹੜੇ ਕੁਝ ਸਮੇਂ ਲਈ ਰਹਿੰਦੇ ਆ, ਬਾਅਦ ਚ ਕੈਂਸਲ ਕੀਤੇ ਜਾਂਦੇ ਆ, ਜਾਂ ਉਹ ਆਪਣੀ ਇੱਥੇ ਜਿੰਨੀ ਦੇਰ ਜੀਂਦੇ ਆ ਉਨੀ ਦੇਰ ਰਾਜਦੂਤ ਹੋਣਗੇ। ਪਰ ਅਸੀਂ ਕਦੋਂ ਤੱਕ ਦੇ ਰਾਜ ਤੇ ਗਏ, ਇੱਥੋਂ ਸ਼ੁਰੂਆਤ ਆ ਤੇ ਐਂਡ ਸਾਡਾ ਹੈਗਾ। ਸ਼ੁਰੂਆਤ ਇੱਥੋਂ ਕਰ ਦਿੱਤੀ ਗਈ ਆ ਰਾਜਦੂਤਿਆਂ, ਤੇ ਸਾਨੂੰ ਇਹਨਾਂ ਦਿਨਾਂ ਵਿੱਚ ਇਸ ਰੁਤਬੇ ਨੂੰ ਸਮਝ ਕੇ ਅੱਗੇ ਵਧਣ ਦੀ ਜ਼ਰੂਰਤ ਆ। ਹਾਲੇਲੂਇਆ। ਪਰਮੇਸ਼ਰ ਦੇ ਕੀ ਹੋ ਗਏ ਅਸੀਂ, ਰਾਜਦੂਤ। ਦੂਸਰਾ ਕਰੰਥੀਆਂ 5 ਦੇ ਆਏ। ਅਸੀਂ ਮਸੀਹ ਦੇ ਏਰਚੀ ਹਾਂ, ਭਈ ਜਾਣੋ ਪਰਮੇਸ਼ਵਰ ਸਾਡੇ ਲਈ ਮਿਹਨਤ ਕਰਦਾ ਹੈ। ਮਸੀਹ ਦੇ ਅਸੀਂ ਕੀ ਆ, ਭਲਾ ਏਲਚੀ ਹਾਂ, ਯਾਨੀ ਕਿ ਦੂਤ ਹਾਂ, ਰਾਜਦੂਤ ਹਾਂ, ਤੇ ਮਸੀਹ ਸਾਡੇ ਵੱਲੋਂ ਭਲਾ ਕੀ ਕਰ ਰਿਹਾ, ਭਲਾ ਮਿਹਨਤ ਕਰਦਾ ਹੈ। ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ, ਹਾਂ, ਜੋ ਤੁਸੀਂ ਪਰਮੇਸ਼ਵਰ ਨਾਲ ਮੇਲ ਮਿਲਾਪ ਕਰ ਲਓ। ਹਾਂ। ਹਾਲੇਲੂਇਆ। ਸੋ ਸਾਡਾ ਕੰਮ ਇਸ ਜਗਤ ਦੇ ਵਿੱਚ ਕੀ ਆ, ਕਿ ਉਸ ਰੂਹਾਨੀ ਜਗਤ ਦੇ ਪਾਤਸ਼ਾਹ ਦੇ ਨਾਲ ਤੁਸੀਂ ਕੀ ਕਰ ਲਓ, ਮੇਲ ਕਰ ਲਓ। ਹਾਲੇਲੂਇਆ। ਇਸ ਰਾਜ ਦੀਆਂ ਸਰਕਾਰਾਂ ਤੁਹਾਨੂੰ ਬੜੇ ਬੜੇ ਵੱਡੇ ਲਾਰੇ ਲਾ ਸਕਦੀਆਂ, ਜਾਂ ਲਾਰੇ ਪੂਰੇ ਵੀ ਕਰ ਸਕਦੀਆਂ, ਬਹੁਤ ਕੁਝ ਦੁਨਿਆਵੀ ਤੌਰ ਤੇ ਤੁਹਾਨੂੰ ਦੇ ਸਕਦੀਆਂ, ਪਰ ਜ਼ਮੀਨ ਦੀਆਂ ਸਰਕਾਰਾਂ ਤੁਹਾਨੂੰ ਅਨੰਤ ਜੀਵਨ ਦੇ ਸਕਦੀਆਂ ਨਹੀਂ, ਤੁਹਾਨੂੰ ਮੁਕਤੀ ਦੇ ਸਕਦੀਆਂ ਨਹੀਂ, ਤੁਹਾਡੇ ਪਾਪ ਨੂੰ ਧੋ ਸਕਦੀਆਂ ਨਹੀਂ। ਹਾਲੇਲੂਇਆ। ਤੁਹਾਨੂੰ ਲਹੂ ਹੇਠ ਛੁਪਾ ਸਕਦੀਆਂ ਨਹੀਂ। ਸੋ ਇਸ ਲਈ ਅਸੀਂ ਕੀ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਤੁਸੀਂ ਕੀ ਕਰ ਲਓ, ਪਰਮੇਸ਼ਰ ਦੇ ਨਾਲ ਕੀ ਕਰ ਲਓ। ਸੋ ਸਾਡਾ ਕੰਮ ਰੱਖਿਆ ਖੁਦਾ ਨੇ, ਪਰਮੇਸ਼ਰ ਦੇ ਨਾਲ ਲੋਕਾਂ ਦਾ ਕੀ ਕਰਾ ਦਈਏ, ਮੇਲ ਕਰਾ ਦਈਏ। ਸੋ ਦੱਸੋ ਕਿ ਜ਼ਿੰਮੇਵਾਰੀ ਛੋਟੀ ਆ। ਟੇਢਿਆਂ ਦਾ ਮੇਲ ਕਿਹਦੇ ਨਾਲ ਕਰਾਉਣਾ, ਟੇਢਿਆਂ ਦਾ ਮੇਲ ਕਿਹਦੇ ਨਾਲ ਕਰਾਉਣਾ, ਕਿਹਦੇ ਨਾਲ ਕਰਾਉਣਾ ਬਈ, ਸਿੱਧੇ ਨਾਲ। ਹਾਲੇਲੂਇਆ।
ਟੇਢਿਆਂ ਦਾ ਮੇਲ ਸਿੱਧੇ ਨਾ ਕਰਾ ਦਈਏ ਤਾਂ ਕਿ ਟੇਢੇ ਵੀ ਕੀ ਹੋ ਜਾਣ ਭਲਾ ਸਿੱਧੇ ਹੋ ਜਾਣ। ਹਾਲੇਲੂਇਆ। ਕੁਝ ਇਦਾਂ ਦੀਆਂ ਵਸਤੂਆਂ ਆਉਂਦੀਆਂ ਨਾ ਜਿਹੜੀਆਂ ਜਾਨੀ ਕਿ ਟੇਢੀਆਂ ਹੁੰਦੀਆਂ ਆ ਤੇ ਉਹਨਾਂ ਨੂੰ ਫਿਰ ਕਈ ਵਾਰੀ ਸਿੱਧਿਆਂ ਦੇ ਨਾਲ ਬੰਨ੍ਹ ਦਿੱਤਾ ਜਾਂਦਾ, ਕਾਫੀ ਦਿਨ ਬੰਨਿਆ ਰੱਖੀਦਾ ਆ, ਬਾਅਦ ਜਦੋਂ ਖੋਲਿਆ ਜਾਂਦਾ ਉਹ ਵੀ ਕੀ ਹੋ ਜਾਂਦਾ ਸਿੱਧਾ ਹੋ ਜਾਂਦਾ। ਹਾਲੇਲੂਇਆ। ਕਈ ਆਪਾਂ ਦਰਖਤ ਦੇਖਦੇ ਆ ਕਈ ਵਾਰੀ ਝੁਕ ਜਾਂਦੇ ਆ ਨਾ, ਛੋਟੇ ਛੋਟੇ ਪੌਦੇ ਝੁਕ ਜਾਂਦੇ ਆ, ਉਹਨਾਂ ਨਾਲ ਕਾਹਨੀ ਜਾਂ ਡੰਡੇ ਕੀ ਕਰ ਦਿੰਦੇ ਆ, ਸਿੱਧੇ ਕਾਹਨੀ ਜਾਂ ਡੰਡੇ ਬੰਨ ਦਿੰਦੇ ਆ, ਬਾਅਦ ਥੋੜਾ ਸਮਾਂ ਪਾ ਕੇ ਤੇ ਉਹ ਜਿਹੜਾ ਪੌਦਾ ਹੁੰਦਾ ਉਹ ਕੀ ਹੋ ਜਾਂਦਾ ਸਿੱਧਾ ਹੋ ਜਾਂਦਾ। ਤੇ ਵਿੰਗੇ ਨੇ ਬੰਨ ਦਿੰਦੇ, ਵਿੰਗੇ ਜਗਤ ਕੀ ਕਰ ਰਿਹਾ ਭਲਾ ਵਿਗਿਆਨ ਵਾਲੇ ਨੇ ਬੰਨ ਲਿਆ। ਹਾਂ, ਜਿਨ੍ਹਾਂ ਦੀ ਆਪ ਮੁਕਤੀ ਨਹੀਂ ਹੋਈ ਉਹਨਾਂ ਨੂੰ ਮੁਕਤੀਦਾਤਾ ਬਣਾ ਕੇ ਉਹ ਬੈਠੇ ਆ। ਹਾਲੇਲੂਇਆ। ਜਿਹੜੇ ਆਪ ਸਜ਼ਾ ਦੇ ਹੇਠ ਆ, ਸਜ਼ਾ ਦੇ ਅਧੀਨ ਆ, ਇੱਕ ਦਿਨ ਉਹਨਾਂ ਨੂੰ ਆਪਣਾ ਲੇਖਾ ਦੇਣਾ ਪੈਣਾ ਆ, ਉਹਨਾਂ ਦੇ ਕੀ ਆ, ਉਹਨਾਂ ਦੇ ਅਧੀਨ ਹੋ ਕੇ ਬੈਠੇ ਆ। ਸੋ ਉਹਨਾਂ ਵਿੰਗਿਆਂ ਨਾਲ ਇਹਨਾਂ ਨੇ ਆਪਣਾ ਰਿਸ਼ਤਾ ਜੋੜਿਆ ਪਿਆ ਹੈ। ਸੋ ਅਸੀਂ ਕੀ ਕਰਨਾ ਹੈ, ਸਾਨੂੰ ਖੁਦਾ ਨੇ ਸਿੱਧੇ ਕੀਤਾ ਆ ਤੇ ਅਸੀਂ ਉਹਨਾਂ ਦੇ ਨਾਲ ਲੱਗ ਕੇ ਖੁਦਾ ਦੇ ਅੱਗੇ ਉਹਨਾਂ ਨੂੰ ਕਿੱਦਾਂ ਕਰਕੇ ਪੇਸ਼ ਕਰਨਾ ਆ, ਸਿੱਧੇ ਕਰ। ਇਸ ਲਈ ਵਚਨ ਚ ਲਿਖਿਆ ਪੂਰੇ ਗਿਆਨ ਦੇ ਨਾਲ, ਹੈ ਨਾ, ਤੇ ਉਪਦੇਸ਼ ਦੇ ਨਾਲ, ਉਪਦੇਸ਼ ਕਰਦੇ ਹਾਂ ਅਧਿਕਾਰ ਦੇ ਨਾਲ, ਤੇ ਤਾਂ ਕਿ ਅਸੀਂ ਉਹਨਾਂ ਨੂੰ ਕੀ ਕਰੀਏ, ਪ੍ਰਭੂ ਦੇ ਸਾਹਮਣੇ ਸਿੱਧ ਕਰਕੇ, ਸਿੱਧ ਕਰਕੇ ਮਤਲਬ ਸਿੱਧਾ ਕਰਕੇ, ਕੀ ਕਰਕੇ ਭਲਾ ਸਿੱਧਾ ਕਰਕੇ ਕਿੱਥੇ ਪੇਸ਼ ਕਰੀਏ, ਉਸ ਪਰਮੇਸ਼ਰ ਦੇ ਸਾਹਮਣੇ ਪੇਸ਼ ਕਰੀਏ। ਹਾਲੇਲੂਇਆ। ਹਾਲੇਲੂਇਆ। ਸੋ ਇਸ ਟੇਢਿਆਂ ਨੂੰ ਸਿੱਧੇ ਕਰਨ ਲਈ ਸਾਨੂੰ ਬੜਾ ਕਈ ਵਾਰੀ ਦੁੱਖ ਵੀ ਉਠਾਉਣਾ ਪੈ ਸਕਦਾ ਹੈ, ਪਰੇਸ਼ਾਨੀਆਂ ਤੰਗੀਆਂ ਉਠਾਉਣੀਆਂ ਪੈ ਸਕਦੀਆਂ। ਹਾਲੇਲੂਇਆ। ਹਾਲੇਲੂਇਆ। ਪਰ ਕੀ ਕਰਨਾ, ਅਸੀਂ ਆਪਣੇ ਆਪ ਨੂੰ ਸਿੱਧੇ ਕਰਕੇ ਪੇਸ਼ ਕਰਨਾ ਹੈ ਟੇਢਿਆਂ ਦੇ ਵਿੱਚ, ਤਾਂ ਕਿ ਟੇਢੇ ਕੀ ਹੋ ਜਾਣ, ਸਿੱਧੇ ਹੋ ਜਾਣ, ਔਰ ਉਹਨਾਂ ਦਾ ਪਿਤਾ ਦੇ ਨਾਲ ਕੀ ਹੋ ਜਾਵੇ, ਮਿਲਾਪ ਹੋਵੇ। ਹਾਲੇਲੂਇਆ। ਸੋ ਚਲੋ ਇਹਨਾਂ 6 ਗੱਲਾਂ ਦਾ ਜੋ ਪ੍ਰਭੂ ਨੇ ਸਾਨੂੰ ਇਹ ਦਿੱਤੀਆਂ, ਬਖਸ਼ੀਆਂ, ਇਹਦਾ ਰਿਕਾਰਡ ਹੋ ਚੁੱਕਾ ਆ। ਇਹ 17ਵਾਂ ਅੱਜ ਪਾਠ ਹੈਗਾ ਆ, 47 ਪਾਠ ਦੇ ਵਿੱਚ ਖੋਲ ਕੇ ਸਾਰਾ ਗੱਲਾਂ ਬਾਤਾਂ, ਇੱਕ ਨਵਾਂ ਇਨਸਾਨ ਕਿੱਦਾਂ ਪ੍ਰਮਾਤਮਾ ਦੇ ਘਰ ਦੇ ਵਿੱਚ ਆ ਕੇ ਆਪਣੇ ਪਾਪ ਬਖਸ਼ਾ ਸਕਦਾ ਹੈ, ਕਿੱਦਾਂ ਉਹ ਸਿੱਧ ਹੋ ਸਕਦਾ ਹੈ, ਕਿਹੜੀ ਰਹਿਮ ਉਹਦੇ ਤੇ ਹੋਇਆ, ਕਿਰਪਾ ਉਹਦੇ ਤੇ ਹੋਈ, ਫਜ਼ਲ ਉਹਦੇ ਤੇ ਹੋਇਆ, ਰੁਤਬੇ ਉਹਨੂੰ ਮਿਲ ਗਏ ਆ, ਔਰ ਕਿੰਨਾ ਉਹਦੇ ਕੋਲ ਪ੍ਰਕਾਸ਼ਨ ਆ ਚੁੱਕਾ ਆ। ਇਹ ਸਾਰੀਆਂ ਗੱਲਾਂ ਨੂੰ ਇਹਦੇ ਵਿੱਚ ਕੀ ਕਰਤਾ ਗਿਆ, ਪੂਰੀ ਤਰ੍ਹਾਂ ਜ਼ੂਮ ਕਰਕੇ ਸਲੋ ਮੋਸ਼ਨ 'ਚ ਦੇ ਦਿੱਤਾ। ਔਰ ਸਾਡਾ ਇਹਦੇ 'ਚ ਫਰਜ਼ ਕੀ ਹੈ, ਇਹਨਾਂ ਨੂੰ ਬਾਰ-ਬਾਰ ਕੀ ਕਰੀਏ, ਸੁਣੀਏ। ਹਾਲੇਲੂਇਆ। ਦੁਨੀਆ ਵਿੱਚ ਦੇਖੋ, ਦੁਨੀਆ 'ਚ ਭਗਤ ਕਰਨ ਵਾਲੇ ਆਪਣੇ ਗੁਰੂ ਦਾ ਕੀ ਕਰਦੇ ਆ, ਟੇਪ ਰਿਕਾਰਡ ਜਾਂ ਕੁਝ ਵੀ ਲਾ ਕੇ ਸਵੇਰੇ ਆਪਣਾ ਕੰਮ ਧੰਦਾ ਵੀ ਕਰ ਰਹੇ ਹੁੰਦੇ, ਤੇ ਉਹ ਕੀ ਹੁੰਦਾ ਚੱਲ ਜਾਂਦਾ। ਤੁਸੀਂ ਆਮ ਦੁਕਾਨਾਂ ਤੇ ਦੇਖੋ, ਉਹਨਾਂ ਨੇ ਧੂਪ ਟਿਕਾਉਣ ਦੇ ਨਾਲ ਆਪਣੇ ਗੁਰੂ ਦਾ ਕੀ ਲਗਾਉਂਦਾ, ਪ੍ਰਵਚਨ ਲਗਾਉਂਦਾ। ਹਾਲੇਲੂਇਆ। ਅਜੇ ਕਿ ਉਹ ਵਿੰਗੇ ਗੁਰੂ ਦਾ ਵਿੰਗਾ ਪ੍ਰਵਚਨ ਆ। ਹਾਲੇਲੂਇਆ। ਪਰ ਸਾਡੇ ਕੋਲ ਕਿਹੜਾ ਵਚਨ ਆ, ਸਿੱਧਾ ਵਚਨ, ਸਿੱਧੇ ਗੁਰੂ ਦਾ, ਸਿੱਧ ਗੁਰੂ ਦਾ ਸਿੱਧਾ ਵਚਨ ਆ। ਸੋ ਉਹਨੂੰ ਆਪਾਂ ਕੀ ਕਰੀਏ, ਉਹਨੂੰ ਲਾਈਏ, ਆਪਣੇ ਘਰਾਂ 'ਚ ਲਾਈਏ। ਜੇਕਰ ਤੁਹਾਡੇ ਕੋਲ ਹੈ ਇਹਨਾਂ ਦੀ ਕੋਈ ਚੀਜ਼, ਕੋਈ ਮੈਮਰੀ ਕਾਰਡ ਜਾਂ ਕੁਝ ਵੀ ਕਿਸੇ ਤਰੀਕੇ ਨਾਲ ਕੁਝ ਵੱਡੇ ਸਪੀਕਰ ਵਿੱਚ ਲਾ ਕੇ ਉਹ ਚੱਲ ਸਕਦਾ, ਤਾਂ ਉਹਨੂੰ ਸਵੇਰੇ ਨਾ ਪਾਠਾਂ ਨੂੰ ਕੀ ਕਰੋ, ਬਾਰ-ਬਾਰ ਲਾਓ। ਕਈ ਵਾਰ ਤਾਂ ਰੂਟੀਨ ਸਿਰ ਹੀ ਲਾਓ, ਇੱਕ ਪਾਠ ਅੱਜ ਲਾਤਾ, ਇੱਕ ਕੱਲ ਲਾਤਾ, ਇੱਕ ਪਰਸੋਂ ਲਾਤਾ, ਨਾਲ ਆਪ ਸੁਣੇ, ਨਾਲ ਮੱਲਾ ਸੁਣੇ, ਦੂਸਰੇ ਸੁਣ, ਦੁਕਾਨ ਤੇ ਆਉਣ ਵਾਲੇ ਸੁਣ, ਘਰ 'ਚ ਆਉਣ ਵਾਲੇ ਸੁਣ। ਹਾਲੇਲੂਇਆ। ਹਾਲੇਲੂਇਆ। ਸਾਡੇ ਦਿਆਲਪੁਰ ਵਿੱਚ ਇੱਕ ਨਾਈ ਦੀ ਦੁਕਾਨ ਆ ਲੜਕੀ ਦੀ, ਤੇ ਉਹ ਫੌਜੀਵਾਲ ਜਾਂਦਾ। ਉਹਨਾਂ ਦੇ ਕੋਲ ਜਦੋਂ ਵੀ ਚਲੇ ਜਾਓ, ਉੱਥੇ ਉਹਨਾਂ ਨੇ ਕੀ ਕੀਤਾ ਹੁੰਦਾ, ਆਪਣੇ ਸੇਵਕਾਂ ਦਾ ਉੱਥੇ ਆਪਣੀ ਜਿਹੜੀ ਉਹਦੀ ਸੇਵਿਕਾ ਆ, 2 ਜਣੇ ਨਾ, ਤੇ ਉਹਨਾਂ ਦਾ ਕੀ ਹੁੰਦਾ, ਉੱਥੇ ਉਹਨਾਂ ਨੇ ਕੈਸਟ ਜਿਹੜੀ ਲਾ ਕੇ ਰੱਖੀ ਹੁੰਦੀ। ਹਾਲੇਲੂਇਆ। ਕੋਈ ਚਾਹੇ ਸੁਣੇ ਚਾਹੇ ਨਾ ਸੁਣੇ, ਸਾਰੀ ਦਿਹਾੜੀ ਚੱਲਦੀ। ਹਾਲੇਲੂਇਆ। ਹਾਲੇਲੂਇਆ। ਜਿਹਦਾ ਮਤਲਬ ਜਦੋਂ ਉਹ ਲੱਗਾ ਹੋਇਆ ਆ ਤੇ ਉਹ ਗੱਲਾਂ ਬਾਰ-ਬਾਰ ਆ ਕੇ ਤੇ ਬੰਦੇ ਦੇ ਵਿੱਚ ਕੀ ਹੋ ਜਾਂਦੀਆਂ, ਪੂਰੀ ਤਰ੍ਹਾਂ ਬੈਠ ਜਾਂਦੀਆਂ। ਦੂਸਰਾ ਕਿੱਦਾਂ ਹੋ ਸਕਦਾ, ਕਿਸੇ ਦੇ ਕੋਈ ਖਾਣੇ ਪੈ ਜਾਵੇ ਤੇ ਕੋਈ ਆਪਣੀ ਗਲਤੀ ਨੂੰ ਕੀ ਕਰ ਲਵੇ, ਮੰਨ ਲਵੇ। ਹਾਲੇਲੂਇਆ। ਇਸ ਲਈ ਕੀ ਕਰੀਏ, ਆਪਣੇ ਘਰਾਂ ਆ, ਦੁਕਾਨਾਂ ਆ, ਕੁਝ ਵੀ ਤੁਹਾਡੇ ਕੋਲ ਬਿਜ਼ਨਸ ਆ, ਕੋਈ ਸਾਧਨ ਆ, ਕਿਤੇ ਵੀ ਆਉਂਦੇ ਜਾਂਦੇ ਆ, ਤੇ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੀ ਕਰੋ, ਸੁਣੋ। ਹਾਲੇਲੂਇਆ। ਕਿਉਂਕਿ ਇਹ ਪ੍ਰਭੂ ਦਾ ਵਚਨ ਜਿਹੜਾ ਪ੍ਰਭੂ ਵੱਲ ਮੁੜਨਾ ਹੈ, ਇਹ ਸੁਸਮਾਚਾਰ ਵੀ ਇਹਦੇ ਵਿੱਚ ਛੁਪਿਆ ਪਿਆ, ਗੋਸਪਲ ਵੀ ਕੀ ਹੈ ਇਹਦੇ ਵਿੱਚ ਛੁਪਿਆ ਪਿਆ ਆ। ਔਰ ਲੋਕ ਕਿੱਦਾਂ ਪ੍ਰਭੂ ਵਿੱਚ ਆ ਸਕਦੇ, ਜਿਹੜੇ ਬਾਹਰੋਂ ਆਉਣੇ ਆ, ਜਿਹੜੇ ਪਾਪੀ ਆਉਣੇ ਆ, ਤੇ ਜਿਹੜੇ
ਪਾਪੀ ਪਾਪ ਤੋਂ ਮਾਫੀ ਮੰਗ ਕੇ ਆ ਗਏ ਹੋਇਆ, ਉਹਨਾਂ ਨੇ ਕਿਹੜੀਆਂ ਗੱਲਾਂ ਨੂੰ ਹੋਰ ਸਮਝਣਾ, ਇਹ ਸਾਰਾ ਕੁਝ ਇਹਦੇ ਵਿੱਚ ਕੀ ਆ, ਪਾਲਣ ਕਰਨਾ। ਹਾਲੇਲੂਇਆ। ਹੁਣ ਆਪਣੀ ਜ਼ਿੰਮੇਵਾਰੀ ਨਾਲ ਤੁਸੀਂ ਇਹਨੂੰ ਕਿੱਦਾਂ ਫੈਲਾ ਸਕਦੇ ਆ, ਕਿੱਦਾਂ ਇਹਨੂੰ ਸ਼ੇਅਰ ਕਰ ਸਕਦੇ, ਕੀ ਕਰਨਾ ਉਹ ਤੁਹਾਡੇ ਉੱਤੇ ਨਿਰਭਰ ਆ। ਹਾਲੇਲੂਇਆ। ਸੋ ਆਓ ਇਹ ਸਾਰੇ ਦਾ ਨਿਚੋੜ ਦੇਖ ਲਈਏ। ਨਿਚੋੜ ਲਿਖ ਲਓ। 6 ਗੱਲਾਂ ਆ। ਇੱਕ ਆਦਮੀ ਜਦੋਂ ਪਰਮੇਸ਼ਰ ਵੱਲ ਮੁੜਦਾ, ਜਿਹੜਾ ਪਾਪੀ ਆ, ਪਹਿਲੀ ਗੱਲ ਪਿਤਾ ਵੱਲੋਂ ਉਹਦੇ ਨਾਲ ਕੀ ਘਟਨਾ ਵਾਪਰਦੀ, ਪੁੱਤਰ ਵੱਲੋਂ ਕੀ ਵਾਪਰਦੀ, ਕੋਈ ਆਤਮਾ ਵੱਲੋਂ ਕੀ ਵਾਪਰਦੀ ਆ, ਪਾਪ ਦੇ ਨਾਲ ਸੰਬੰਧਿਤ ਕੀ ਹੁੰਦਾ ਆ, ਸ਼ੈਤਾਨ ਦੇ ਨਾਲ ਸੰਬੰਧਿਤ ਕੀ ਹੁੰਦਾ ਹੈ, ਤੇ ਸੰਸਾਰ ਦੇ ਨਾਲ ਸੰਬੰਧਿਤ ਕੀ ਹੁੰਦਾ, ਇਹ ਆਪਾਂ ਸਾਰਾ ਦੇਖਦੇ ਹਾਂ। ਨਿਚੋੜ ਦੇਖ ਲਓ। ਨਿਚੋੜ ਹੈਗਾ, ਉਸ ਨੂੰ ਸਾਰੀਆਂ ਬਰਕਤਾਂ ਪ੍ਰਾਪਤ ਹੁੰਦੀਆਂ ਹਨ। ਕਿੰਨੀਆਂ ਬਈ? ਕੋਈ ਰਹਿ ਗਈ ਤਾਂ ਦੱਸ ਦਿਓ। ਨਹੀਂ ਆ ਜਿਹੜੀ ਨਹੀਂ ਹੁੰਦੀ ਜੀ। ਬਾਪ ਵੀ ਮਾਫ ਹੋ ਗਏ, ਪਿਤਾ ਦੀ ਸੰਤਾਨ ਵੀ ਹੋ ਗਿਆ, ਅਧਿਕਾਰ ਪ੍ਰਾਪਤ ਵੀ ਹੋ ਗਿਆ, ਸਾਮਰਥ ਵੀ ਮਿਲ ਗਈ, ਵਰਦਾਨ ਵੀ ਉਹਦੇ ਵਿੱਚ ਆ ਗਏ, ਆਤਮਾ ਦੇ ਫਲ ਵੀ ਉਹਦੇ ਵਿੱਚ ਰੱਖ ਦਿੱਤੇ ਗਏ। ਹਾਲੇਲੂਇਆ। तो जिस्मानी और रूहानी तौर पे ਉਹਦੇ ਕੀ ਹੋ ਗਿਆ, ਬਰਕਤ ਵੀ ਆ ਗਈ। ਹਾਲੇਲੂਇਆ। ਹਾਲੇਲੂਇਆ। ਸੋ ਉਸ ਨੂੰ ਸਾਰੀਆਂ ਬਰਕਤਾਂ ਪ੍ਰਾਪਤ ਹੁੰਦੀਆਂ ਹਨ। ਇਹਦੇ ਲਈ ਵਚਨ ਵੀ ਲਿਖ ਲਓ, ਨਿਚੋੜ ਦੇ ਵਿੱਚ ਵਚਨ ਵੀ ਹੈ। ਅਫਸੀਆਂ 1 ਅਧਿਆਏ ਉਹਦੀ 3 ਆਏ। ਸਾਰੀਆਂ ਬਰਕਤਾਂ ਨੂੰ ਪ੍ਰਾਪਤ ਹੁੰਦੀਆਂ ਹਨ। ਹਾਂਜੀ। ਮੁਬਾਰਕ ਹੋਵੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਵਰ ਅਤੇ ਪਿਤਾ, ਜਿਨੇ ਮਸੀਹ ਵਿੱਚ ਸੁਰਗੀ ਥਾਵਾਂ ਵਿੱਚ ਸਭ ਪ੍ਰਕਾਰ ਦੀਆਂ ਆਤਮਿਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ। ਕਿੰਨੀਆਂ ਪ੍ਰਕਾਰ ਦੀਆਂ ਬਈ? ਸਭ ਪ੍ਰਕਾਰ ਦੀਆਂ ਆਤਮਿਕ ਬਰਕਤਾਂ ਦੇ ਨਾਲ ਸਾਨੂੰ ਕੀ ਕੀਤੀ ਆ? ਬਰਕਤ ਦਿੱਤੀ। ਮੁਬਾਰਕ ਹੋਵੇ ਸਾਡੇ ਪ੍ਰਭੂ ਦਾ ਪਰਮੇਸ਼ਵਰ, ਜਿਨੇ ਸਾਨੂੰ ਕਿਹੜੇ ਥਾਵਾਂ ਤੇ? ਸਵਰਗੀ ਥਾਵਾਂ ਵਿੱਚ ਹਰ ਪ੍ਰਕਾਰ ਦੀ ਕੀ ਦਿੱਤੀ ਆ? ਆਤਮਿਕ ਬਰਕਤ ਦਿੱਤੀ ਆ। ਹਾਲੇਲੂਇਆ। ਹਾਲੇਲੂਇਆ। ਇਹ ਬਰਕਤ ਕਿਹਨੂੰ ਮਿਲਦੀ ਆ? ਪਰਮੇਸ਼ਰ ਵੱਲ ਮੁੜਦਾ ਆ। ਹਾਲੇਲੂਇਆ। ਦੂਸਰਾ ਜ਼ਬੂਰ 23 ਉਹਦੀ 6 ਆਏ। ਜ਼ਬੂਰ 23 ਉਹਦੀ 6 ਆਏ। ਸੱਚਮੁੱਚ ਭਲਾਈ ਔਰ ਦਇਆ। ਕਿੰਨੇ ਮੁੱਚ? सचमुच यानी कि पक्का। सचमुच भलाई और दया जीवन भर मेरा पीछा कर। जीवन भर आप पहला तो देख लिया कितने बरकत आ? स्वर्ग दे विच है ना, आत्मिक रीति दे नाल। ते इत्थे किहड़ी बरकत आ भला? किहड़ी रीति दे नाल? संसारिक रीति दे नाल। ये ना किसी भी रीति दे नाल तुसी बरकत तो वांझे नहीं रह सकते। वो तुहाडे ते निर्भर होगा कि तुसी उस बरकत नूं लैना आ या उस बरकत नूं धक्का देना है। स्वर्ग ने तेरे लिए की करना है? बरकत ते बरकत लैके आनी है। हालेलुया। हालेलुया। सो जे ये गल तेरे विच नहीं आ रही ते अजे कुछ होर तैनूं समझण दी ते सीखण दी की आ लोड़। हालेलुया। किहड़ी बरकत आ? आसमानी बरकत कितने प्रकार दी? सब प्रकार दी। आसमानी यानी कि रूहानी, आत्मिक। ते शरीरक तौर ते किया सचमुच भलाई और दया। क्यों? कौन कौन? भलाई ते दया जीवन भर मेरा पीछा कर दिया। हाँ। हालेलुया। इत्थे रहते हुए मेरे ते ओदे की रहूगी? चलदी रहूगी भलाई, और ना की हुंदी रहूगी? दया। ते परमेश्वर दे विच चलण वालियां लई सारियां गल्लां की करदियां आ? बस मैं गल अपनी समाप्त करूंगा। खुदा दे दास कैप्टन साहब की बहू फिनी जी दी वाइफ, जदों उन्हां दे पहली संतान होने वाली सी ते चेक कराया गया तो कहते से अंदर रसौली भी सी, ते वो दवाई वगैरह तो तुहानूं पता है वर्जदी है, दवाई नहीं खानी किसी भी हालत च नहीं खानी। हालेलुया। और उन्होंने डॉक्टर ने कहा भी इधर करके रसौली आ, तो कहते भी असी वो रसौली तुसी कुछ भी छेड़ना नहीं, उन्होंने उत्थे रहन देना, सिर्फ बच्चा करना कि बच्चे की डिलीवरी की हो जाए ठीक ठाक हो, बाद उदा ही सीन दियो, कोई दवा दारू नहीं, कोई कुछ
ਸੋ ਉਹਨਾਂ ਨੇ ਦੱਸਿਆ ਵੀ ਜਦੋਂ ਦੇਖੀ ਰਸੋਈ ਤੇ ਬਹੁਤ ਜ਼ਿਆਦਾ ਖਤਰਨਾਕ ਕੰਮ ਸੀਗਾ, ਬੁੱਝਣਾ ਪਈਆਂ ਕਈ ਕੁਛ ਸੀਗਾ। ਉਹਨਾਂ ਕਿਹਾ ਵੀ ਤੁਸੀਂ ਕੌਣ ਤੇ ਅਸੀਂ ਇਹਨੂੰ ਕੱਢ ਲਈਏ? ਕਹਿੰਦੇ ਨਾ, ਉਹ ਪ੍ਰਭੂ ਵੱਲੋਂ ਆ। ਹਾਲੇਲੂਇਆ। ਤੇ ਸਾਨੂੰ ਕੀ ਆ? ਕਬੂਲ ਆ। ਅੱਜ ਕੇ ਢਿੱਡ ਪਾੜਿਆ ਹੋਇਆ, ਬੱਚਾ ਵੀ ਕੱਢ ਲਿਆ ਤੇ ਉਹ ਕੱਢਣ ਚ ਕੀ ਹੈ? 2 ਮਿੰਟ ਲੱਗਣੇ ਆ। ਮੇਰਾ ਖਿਆਲ ਇਹ ਗੱਲਾਂ ਤੁਹਾਨੂੰ ਬਚਣੀਆਂ ਨਹੀਂ, ਫਿਰ ਵੀ ਇਹਦਾ ਰੱਖੋ ਮਾਦਾ ਇਦਾਂ ਦੀਆਂ ਗੱਲਾਂ ਨੂੰ ਪਹੁੰਚਾਉਣ ਦਾ। ਹਾਲੇਲੂਇਆ। ਸੋ ਉਹਨਾਂ ਨੇ ਕੀ ਕੀਤਾ? ਬੱਚਾ ਕੱਢ ਲਿਆ, ਪੇਟ ਸੀ ਦਿੱਤਾ ਤੇ ਰਸੋਲੀ ਉੱਥੇ ਦੀ ਤਕਲੀਫ ਚੋਂ ਕਾਫੀ ਉਸ ਭੈਣ ਨੂੰ ਗੁਜ਼ਰਨਾ ਪਿਆ। ਉਹਨੇ ਬੇਟੀ ਨੇ ਵੀ ਇਦਾਂ ਕਿਹਾ ਵੀ ਇਹ ਤੇ ਕਹਿੰਦਾ ਸਹੁਰਾ ਹੋਇਆ ਵੀ। ਅੱਜ ਕੱਲ੍ਹ ਅਸੀਂ ਕਿਤੇ ਕਹਿ ਦਈਏ ਚੱਲ ਮੁੰਡਿਆ, ਇਹਦੇ ਮੁੰਡਿਆ ਚੱਲੀਏ ਕਿਤੇ ਹੋਰ। ਹਾਲੇਲੂਇਆ, ਹਾਲੇਲੂਇਆ। ਤੇ ਉਹਨੇ ਕੀ ਕਰਦਾ? ਉਹਨਾਂ ਨੇ ਬਹੂ ਨੇ ਵੀ ਕੋਈ ਇਦਾਂ ਨਹੀਂ ਕੀਤਾ, ਕਿਉਂਕਿ ਬੱਚੇ ਨੂੰ ਸਿੱਖਿਆ ਹੋਇਆ ਸੀ ਕਿ ਜੋ ਵੀ ਤੂੰ ਮੈਨੂੰ ਦਿੰਦਾ ਨਾ ਉਹ ਭਲਾਈ। ਹਾਲੇਲੂਇਆ। ਭਲਾਈ ਦੀ ਗੱਲ ਇਹ ਸੱਚਮੁੱਚ ਜੀਵਨ ਭਰ ਭਲਾਈ ਮੇਰੇ ਕੋਲ। ਹਾਲੇਲੂਇਆ। ਤੇ ਉਹਨਾਂ ਨੇ ਬੰਦ ਕਰ ਦਿੱਤਾ ਜੀ। ਉਸ ਤੋਂ ਬਾਅਦ ਫਿਰ ਉਹ ਸਮਾਂ ਪਾ ਕੇ ਫਿਰ ਔਲਾਦ ਦਾ ਹੋਇਆ ਪ੍ਰੋਗਰਾਮ। ਪਹਿਲਾਂ ਬੇਟੀ ਹੋਈ ਸੀ, ਫਿਰ ਬੇਟਾ ਹੋਇਆ। ਤੇ ਜਦੋਂ ਬੇਟਾ ਹੋਇਆ ਨਾ ਤੇ ਬੇਟੇ ਦੀ ਡਿਲੀਵਰੀ ਹੋਈ ਤੇ ਉਹ ਉਸੇ ਡਾਕਟਰ ਕੋਲ ਹੋਈ ਸੀ। ਤੇ ਜਦੋਂ ਬੇਟੇ ਦੀ ਡਿਲੀਵਰੀ ਹੋਈ ਤੇ ਉਹ ਹੈਰਾਨ ਹੋ ਗਿਆ, ਕਹਿੰਦਾ ਰਸੋਲੀ ਤੇ ਇੱਥੇ ਹੈ ਹੀ ਨਹੀਂ। ਸਾਨੂੰ ਇਹ ਹੁਣ ਇਹਨਾਂ ਦਿਨਾਂ ਵਿੱਚ ਇਦਾਂ ਦੇ ਉਪਦੇਸ਼ ਨੂੰ ਵੀ ਥੋੜਾ ਜਿਹਾ ਲੈਣਾ ਆਪਣਾ। ਹੋਰ ਤਾਂ ਕਈ ਕੁਛ ਸਿੱਖ ਲਿਆ ਨਾ, ਘਾਟੇ ਸਹਿਣ ਦਾ ਵੀ ਸਿੱਖ ਲਿਆ ਹਨਾ, ਕੰਮ ਚੱਲੇ ਨਾ ਚੱਲੇ ਬੰਦਗੀ ਕਰਨਾ ਸਿੱਖ ਲਿਆ, ਹਰ ਗੱਲ 'ਚ ਰੱਬ ਦੀ ਰਜ਼ਾ ਨੂੰ ਮੰਨਣਾ ਸਿੱਖ ਲਿਆ। ਹੁਣ ਰੋਗਾਂ ਦੇ ਵਿੱਚ ਵੀ ਕੀ ਕਰਨਾ ਹੈ? ਰਜ਼ਾ ਨੂੰ ਸਿੱਖਣਾ ਆ, ਕਿਉਂਕਿ ਉਹਦੀ ਮਰਜ਼ੀ ਤੋਂ ਬਗੈਰ ਮੈਨੂੰ ਕੋਈ ਰੋਗ ਵੀ ਟੱਚ ਕਰ ਸਕਦਾ। ਇਹ ਭਾਣਾ ਮੰਨ ਕੇ ਅਸੀਂ ਅੱਗੇ ਚੱਲਣਾ। ਹਾਲੇਲੂਇਆ, ਹਾਲੇਲੂਇਆ। ਉਹ ਕਿਦਾਂ ਤਿਆਰ ਸੀਗਾ? ਇਹ ਰਸੋਲੀ ਚਾਹੇ ਇਹਨੂੰ ਮਾਰ ਦੇਵੇ, ਸਾਨੂੰ ਕੀ ਆ? ਕਬੂਲ ਆ। ਇਦਾਂ ਦੇ ਵਿਸ਼ਵਾਸ ਵਾਲੇ ਲੋਕਾਂ ਨੂੰ ਖੁਦਾ ਕਿਦਾਂ ਆਦਰ ਦੇ ਨਾਲ ਕਬੂਲ ਕਰਦਾ ਹੋਗਾ। ਹਾਲੇਲੂਇਆ, ਹਾਲੇਲੂਇਆ। ਸੋ ਉਸ ਤੋਂ ਬਾਅਦ ਅੱਜ ਤੱਕ ਉਹ ਭੈਣ ਜਿਉਂਦੇ ਆ, ਪ੍ਰਭੂ ਦਾ ਵਚਨ ਸੁਣਾਉਂਦੇ ਆ, ਦੇਸ਼ਾਂ ਵਿਦੇਸ਼ਾਂ ਵਿੱਚ ਸਫ਼ਰਾਂ ਦੇ ਵਿੱਚ, ਖੁਦ ਹਿੰਦੁਸਤਾਨ ਦੇ ਵਿੱਚ ਗੱਡੀ ਆਪ ਚਲਾਉਂਦੀ। ਹਾਲੇਲੂਇਆ। ਹਾਲਾਂਕਿ ਹੁਣ ਵੀ ਇਹਨਾਂ ਦਿਨਾਂ ਵਿੱਚ ਉਹਨਾਂ ਦੇ ਪੇਟ ਦੇ ਵਿੱਚ ਕੁਝ ਸੋਜ ਵਗੈਰਾ ਪੈ ਗਈ ਹੈ, ਪਤਾ ਨਹੀਂ ਪੇਟ 'ਚ ਕੀ ਹੋ ਗਿਆ, ਉਹਨਾਂ ਕੋਲ ਬਹਿਣਾ ਉੱਠਣਾ ਵੀ ਬੜਾ ਮੁਸ਼ਕਲ ਹੋਇਆ। ਫਿਰ ਵੀ ਸੇਵਾ ਵਿੱਚ ਕੀ ਹੋਇਆ? ਸਮਰਪਿਤ। ਅਫੀਨੀ ਜੀ ਤਾਂ ਪਾਗਲ ਹੀ ਹੋ ਗਏ ਸਿੱਖ ਟਾਈਮ ਦੇ ਵਿੱਚ ਜਦੋਂ ਛੋਟਾ ਸੀ। ਹਾਲੇਲੂਇਆ। ਔਰ 1-2 ਵਾਰੀ ਮੌਤ ਦੇ ਮੂੰਹ ਚੋਂ ਵੀ ਨਿਕਲਿਆ। ਸੋ ਇਦਾਂ ਦੀਆਂ ਚੀਜ਼ਾਂ ਨੂੰ ਹੁਣ ਆਪਾਂ ਨੂੰ ਅੱਗੇ ਲੈਣਾ ਪੈਣਾ। ਕਾਫੀ ਦੇਰ ਤੋਂ ਮੈਂ ਇਹਦੇ ਬਾਰੇ ਕਦੀ ਪ੍ਰਚਾਰ ਕੀਤਾ ਨਹੀਂ, ਪਰ ਹੁਣ ਇਹਨੂੰ ਪ੍ਰਚਾਰ ਨਹੀਂ ਕਰਨਾ ਪੈਣਾ, ਸਮਝਣਾ ਪੈਣਾ ਆ ਰੱਬ ਦੀ ਰਜ਼ਾ। ਹਾਲੇਲੂਇਆ। ਦੁੱਖ ਦੇਵੇਂ ਸੁੱਖ ਦੇਵੇਂ, ਅਸੀਂ ਤੇਰਾ ਪੱਲਾ ਛੱਡਣਾ ਨਹੀਂ। ਹਾਲੇਲੂਇਆ। ਕਿਉਂਕਿ ਤੇਰੇ ਦੁੱਖ ਦੇ ਵਿੱਚ ਵੀ ਕੀ ਆ? ਸਾਡੇ ਲਈ ਭਲਾ ਆ। ਕਿਉਂਕਿ ਜਿਹੜੀ ਗਲਤੀ ਮੈਂ ਆਪਣੇ ਸਮਝ ਲਓ ਜਪ ਤਪ ਦੇ ਨਾਲ ਵੀ ਨਹੀਂ ਛੱਡ ਸਕਦਾ, ਪ੍ਰਾਰਥਨਾ ਦੁਆਰਾ ਵੀ ਨਹੀਂ ਨਿਕਲ ਸਕਦੀ, ਉਹ ਨਿਕਲਦੀ ਨਹੀਂ, ਤੇ ਉਹ ਪਰਮੇਸ਼ਰ ਕੀ ਕਰ ਦਿੰਦਾ? ਕਈ ਵਾਰੀ ਰੋਗ ਦੇ ਦੁਆਰਾ ਕੱਢ ਦਿੰਦਾ। ਹਾਲੇਲੂਇਆ। ਮਤਲਬ ਇਹਨਾਂ ਦਿਨਾਂ 'ਚ ਜਿਹੜਾ ਭੈਣ ਭਰਾ ਸਾਡਾ ਰੋਗ ਦੇ ਵਿੱਚੋਂ ਦੀ ਗੁਜ਼ਰ ਰਿਹਾ, ਸਮਝ ਲਓ ਉਹਦੀ ਧੁਲਾਈ ਕਿਦਾਂ ਚੱਲ ਰਹੀ ਆ? ਚੰਗੀ ਤਰ੍ਹਾਂ। ਹਾਲੇਲੂਇਆ। ਜਿਹੜੇ ਗੱਡੀ ਤੋਂ ਆਉਣ ਜਾਂਦੇ ਨਾ ਤੇ ਗੱਡੀ ਨੂੰ ਖੜੀ ਕਰਦੇ ਥੱਲੇ ਉਹਨਾਂ ਨੇ ਇੱਕ ਨੀਵੀਂ ਜਿਹੀ ਜਗ੍ਹਾ ਹੁੰਦੀ ਆ, ਟਾਇਰ ਉਹਦੇ ਉੱਤੇ ਰੱਖੇ ਹੁੰਦੇ ਤੇ ਉਹ ਤਾਂ ਚੱਕ ਦਿੰਦੇ ਆ। ਬਾਅਦ 'ਚ ਉਹਦੇ 'ਚ ਗੱਡੀ 'ਚ ਜਦੋਂ ਪ੍ਰੈਸ਼ਰ ਮਾਰਦੇ ਨਾ, ਇੱਕ ਤਾਂ ਫੈਲਮਾ ਫੁਹਾਰਾ ਜਿਹਾ ਮਾਰਦੇ ਆ, ਉਹਦੇ ਨਾਲ ਤਾਂ ਕੁਝ ਨਹੀਂ ਬਣਦਾ। ਜਦੋਂ ਲੰਬੀ ਧਾਰ ਮਾਰਦੇ ਆ, ਉਹ ਤਾਂ ਜਿੱਥੇ ਵੀ ਚੀਕਣੀ ਮਿੱਟੀ ਵੀ ਆ ਉਹਨੂੰ ਵੀ ਤੋੜ ਕੇ ਰੱਖ ਦਿੰਦੀ ਆ। ਹਾਲੇਲੂਇਆ। ਸੋ ਇਹ ਜਿਹੜਾ ਰੋਗ ਆ, ਇਹਦੇ ਦੁਆਰਾ ਕੀ ਕਰਦਾ? ਖੁਦਾ ਕੀ ਕਰਦਾ ਹੈ? ਜਿਹੜਾ ਤੁਹਾਡੇ ਛੋਟੇ ਮੋਟੇ ਸਿਸਟਮ ਦੇ ਵਿੱਚੋਂ ਦੀ ਕੋਈ ਰੋਗ ਜਾਂ ਨਿਕਲ ਜਾਂਦਾ ਨਾ ਸਿਸਟਮ, ਇਹ ਰੋਗ ਦੇ ਦੁਆਰਾ ਜਿਹੜੀ ਕਮਜ਼ੋਰੀ ਆ, ਕਮੀ ਆ, ਉਹ ਕੀ ਕਰਦਾ ਆ? ਪੂਰੀ ਤਰ੍ਹਾਂ ਲਾਉਂਦਾ। ਰੋਗ ਦੇ ਦੁਆਰਾ ਕਿਦਾਂ ਹੁੰਦਾ ਆ? ਪੂਰੀ ਤਰ੍ਹਾਂ। ਹਾਲੇਲੂਇਆ। ਇਸ ਲਈ ਸੱਚਾ ਉਪਦੇਸ਼ ਦੇਣ ਵਾਲੇ 99% ਸੇਵਕ ਕੀ ਆ? ਰੋਗਾਂ ਦੇ ਵਿੱਚੋਂ ਗੁਜ਼ਰੇ। ਉਹਨਾਂ ਦੇ ਪਰਿਵਾਰ ਕੀ ਆ? ਰੋਗਾਂ ਦੇ ਵਿੱਚੋਂ ਗੁਜ਼ਰੇ, ਕਿਉਂਕਿ ਸੱਚਾ ਦੇ ਰਹੇ ਆ, ਪਰ ਕਈ ਥਾਵਾਂ ਤੇ ਉਹਨਾਂ ਵਿੱਚ ਆਪ ਕਮਜ਼ੋਰੀਆਂ ਪਾਈਆਂ ਜਾਂਦੀਆਂ ਆ ਜਿਹੜੀਆਂ ਉਹਨਾਂ ਤੋਂ ਛੁੱਟਦੀਆਂ ਨਹੀਂ। ਤੇ ਖੁਦਾ ਕੀ ਕਰਦਾ? ਕਾਹਦੇ ਦੁਆਰਾ? ਇਹ ਗੱਲਾਂ ਨੂੰ ਆਪਾਂ ਨੂੰ ਮੰਨਣਾ ਪੈਣਾ, ਸਮਝਣਾ ਪੈਣਾ। ਸੋ ਨਿਚੋੜ ਇਹ ਆ ਜ਼ਬੂਰ 23:6 ਦੁਬਾਰਾ ਆਓ। ਸੱਚਮੁੱਚ ਭਲਾਈ ਔਰ ਦਇਆ, ਹਾਂ, ਜੀਵਨ ਭਰ ਮੇਰਾ ਪਿੱਛਾ ਕਰ ਰਹੀ ਹੈ। ਭਲਾਈ ਵੀ ਔਰ ਦਇਆ। ਹਾਲੇਲੂਇਆ।
ਇਹਦਾ ਮਤਲਬ ਆ ਉਹਦੀ ਭਲਾਈ ਜਿਹੜੀ ਆ ਸਾਡੇ ਦੁੱਖਾਂ ਦੇ ਵਿੱਚ ਵੀ ਉਹਦੀ ਭਲਾਈ ਕੀ ਆ ਛੁਪੀ ਪਈ ਆ, ਰੋਗਾਂ ਦੇ ਵਿੱਚ ਵੀ ਭਲਾਈ ਕੀ ਆ ਛੁਪੀ ਪਈ ਆ, ਸਾਡੀ ਨਿੰਦਾ ਬਦਨਾਮੀ ਵਿੱਚ ਵੀ ਭਲਾਈ ਉਹਦੀ ਕੀ ਆ, ਸਾਡੇ ਘਾਟਿਆਂ ਦੇ ਵਿੱਚ ਵੀ ਉਹਦੀ ਭਲਾਈ ਕੀ ਆ ਛੁਪੀ ਪਈ ਆ। ਹਾਲੇਲੂਇਆ। ਸੋ ਭਲਾਈ ਛੁਪੀ ਪਈ ਆ, ਨਾਲ ਨਾਲ ਭਲਾਈ ਨੂੰ ਪ੍ਰਗਟ ਕਰਨ ਲਈ ਕੀ ਕਰ ਰਿਹਾ? ਦਇਆ। ਦਇਆ ਦੇ ਦੁਆਰਾ ਕੀ ਕਰਦਾ ਆ? ਮਾਫ ਕਰ ਦਿੰਦਾ ਆ। ਹਾਲੇਲੂਇਆ। ਭਲਾਈ ਦੇ ਦੁਆਰਾ ਕੀ ਆ? ਜਿੱਧਰੋਂ ਦੀ ਮਰਜ਼ੀ ਹੋ ਕੇ ਅਸੀਂ ਕਸ਼ਟ ਉਠਾਈਏ ਤੇ ਦਇਆ ਦੇ ਦੁਆਰਾ ਕੀ ਕਰਦਾ ਜਾਂਦਾ? ਮਾਫ ਕਰਦਾ ਜਾਂਦਾ। ਹਾਲੇਲੂਇਆ। ਅਸੀਂ ਕਿੰਨੇ ਧੰਨ ਆ ਜੇਕਰ ਸਾਡੇ ਕੋਲ ਸੱਚ ਆ ਗਿਆ ਤੇ ਸੱਚ ਮੰਨਣ ਲਈ ਸਾਡਾ ਮਨ ਤਿਆਰ ਹੋ ਗਿਆ, ਪਰ ਹਜੇ ਵੀ ਸਾਡੇ ਕੋਲ ਬਲ ਨਹੀਂ ਆ ਰਿਹਾ ਕਿ ਅਸੀਂ ਉਸ ਤੋਂ ਉਹਦੇ ਵਿੱਚ ਚੱਲ ਸਕੀਏ ਤੇ ਪਰਮੇਸ਼ਰ ਕੀ ਕਰਦਾ ਆ? ਰੋਗ ਦੇ ਦੁਆਰਾ ਧੋ ਦਿੰਦਾ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਜਿਹਨੇ ਸੱਚ ਤੇ ਮਨ ਲਾ ਰਿਹਾ ਖੁਦਾ ਨੇ ਉਹਨੂੰ ਆਪਣੇ ਸਵਰ ਚ ਕਬੂਲ ਕਰਨਾ ਹੈ। ਇੱਥੋਂ ਭਾਵੇਂ ਰੋਗ ਦੇ ਵਿੱਚੋਂ ਦੀ ਮਰ ਕੇ ਜਾਵੇ, ਪਰ ਜਾਊਗਾ ਕਿੱਥੇ? ਹਾਲੇਲੂਇਆ। ਹਾਲੇਲੂਇਆ। ਕਿਉਂਕਿ ਸਵਰ ਚ ਉਹਦੇ ਲਈ ਕੀ ਰੱਖਿਆ ਹੋਈਆਂ ਆ? ਆਸ਼ੀਸ਼ਾਂ ਕਿੰਨੀਆਂ? ਸਾਰੀਆਂ ਹੀ ਆਸ਼ੀਸ਼ਾਂ। ਸੋ ਆਪਣੀਆਂ ਅੱਖਾਂ ਬੰਦ ਕਰਦੇ ਹਾਂ। ਖੁਦਾਵੰਦ ਤੇਰੀ ਤਾਰੀਫ, ਤੇਰਾ ਧੰਨਵਾਦ ਹੋ ਅੱਜ ਅੱਛੇ ਸਮੇਂ ਇਹ ਜਗ੍ਹਾ ਤੇ ਬੈਠ ਕੇ ਖੁਦਾਵੰਦ ਜਦੋਂ ਤੇਰੇ ਵਚਨ ਨੂੰ ਅਸੀਂ ਸਿੱਖ ਰਹੇ ਹਾਂ ਪ੍ਰਭੂ, ਤੇਰੇ ਵਚਨ ਸਾਨੂੰ ਤਸੱਲੀਆਂ ਵੀ ਦਿੰਦੇ, ਸਾਨੂੰ ਗਿਆਨ ਵੀ ਦਿੰਦੇ, ਸਾਨੂੰ ਪ੍ਰਕਾਸ਼ ਵੀ ਦਿੰਦੇ, ਸਾਨੂੰ ਚੱਲਣ ਦਾ ਬਲ ਵੀ ਦਿੰਦੇ ਆ। ਧੰਨਵਾਦ ਹੋ ਪ੍ਰਭੂ। ਮੈਂ ਪ੍ਰਾਰਥਨਾ ਕਰਦਾ ਇਹਨਾਂ ਵਚਨਾਂ ਦੇ ਦੁਆਰਾ ਸਾਨੂੰ ਪੂਰੀ ਤਰ੍ਹਾਂ ਸ਼ੁੱਧ ਕਰ ਦਿਓ। ਵੱਡੀ ਕਿਰਪਾ ਕਰੋ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ। ਹੁਣ ਸਾਡੇ ਖੁਦਾ ਦਾ ਫਜ਼ਲ, ਬਾਪ ਦੀ ਮੁਹੱਬਤ, ਕੋਈ ਆਤਮਾ ਪਾਕ ਹੋਣ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਕਸਾਂ ਨਾਲ ਹੁੰਦੀ ਰਹੇ। ਆਮੀਨ। ਹਾਲੇਲੂਇਆ।